ਆਪਣੇ ਪਿੰਡ ਆਏ ਇੱਕ ਦਿਨ ਹੋ ਚੁੱਕਾ ਸੀ। ਮੇਰਾ ਦਿਲ ਨਹੀਂ ਲੱਗ ਰਿਹਾ ਸੀ ਪਿੰਡ 'ਚ, ਕਿਉਂਕਿ ਸਾਡਾ ਘਰ ਪਿੰਡ ਤੋਂ ਬਾਹਰ ਰੋਡ 'ਤੇ ਸੀ ਤੇ ਆਸ-ਪਾਸ ਕੋਈ ਘਰ ਵੀ ਨਹੀਂ ਸੀ, ਜਿਸ ਕਰਕੇ ਸਾਰਾ ਦਿਨ ਘਰ ਹੀ ਰਹਿਣਾ ਪੈਂਦਾ ਸੀ। ਹੁਣ ਘਰ ਵਾਲੇ ਵੀ ਕਹਿਣ ਲੱਗੇ ਸੀ ਕਿ ਵਿਆਹ ਤਾਂ ਘੁੰਮ ਲਿਆ, ਹੁਣ ਚਲੋ ਜਲੰਧਰ ਚੱਲਦੇ ਹਾਂ। 2 ਕੁ ਦਿਨ ਬਾਅਦ ਡੈਡੀ ਨੇ ਟ੍ਰੇਨ ਦੀ ਟਿਕਟ ਕਰਵਾ ਲਈ, ਜੋ ਕਿ ਦਿੱਲੀ ਦੀ ਸੀ, ਤੇ ਕਹਿਣ ਲੱਗੇ ਕਿ ਮਾਸੀ ਦਾ ਫੋਨ ਆਇਆ ਸੀ, ਕਹਿੰਦੀ ਸੀ 1-2 ਦਿਨ ਦਿੱਲੀ ਰੁਕ ਕੇ ਜਾਣਾ। ਅਸੀਂ ਸਾਰੇ ਖੁਸ਼ ਹੋ ਗਏ ਕਿ ਹੁਣ ਦਿੱਲੀ ਵੀ ਘੁੰਮਣ ਨੂੰ ਮਿਲੂਗਾ। ਉਦੋਂ ਮੇਰੇ ਦਿਮਾਗ 'ਚ ਦਿੱਲੀ ਦਾ ਨਾਂ ਸੁਣ ਕੇ ਪੂਜਾ ਹੀ ਯਾਦ ਆ ਰਹੀ ਸੀ, ਪਰ ਮੈਨੂੰ ਤਾਂ ਇਹ ਤੱਕ ਨਹੀਂ ਪਤਾ ਸੀ ਕਿ ਉਹ ਦਿੱਲੀ 'ਚ ਰਹਿੰਦੀ ਕਿੱਥੇ ਆ। ਹੌਲੀ-ਹੌਲੀ ਉਹ 2 ਦਿਨ ਵੀ ਬੀਤ ਗਏ ਤੇ ਸਾਡੀ ਸ਼ਾਮ ਦੀ ਟ੍ਰੇਨ ਸੀ। ਅਸੀਂ ਆਪਣਾ ਸਾਰਾ ਸਮਾਨ ਪੈਕ ਕਰਕੇ ਬੈਗ 'ਚ ਪਾ ਲਿਆ ਤਾਂ ਆਟੋ ਫੜ ਕੇ ਸਟੇਸ਼ਨ ਵੱਲ ਨੂੰ ਨਿਕਲੇ ਤੇ ਸਵੇਰ ਨੂੰ ਅਸੀਂ ਦਿੱਲੀ ਪਹੁੰਚ ਗਏ। ਉੱਥੇ ਪਹੁੰਚ ਕੇ ਮੈਂ ਆਪਣੇ ਮਾਸੀ ਦੇ ਮੁੰਡੇ ਨਾਲ ਪਾਰਕ 'ਚ ਘੁੰਮਣ ਚਲਾ ਗਿਆ ਤੇ ਸ਼ਾਮ ਦਾ ਟਾਈਮ ਸੀ। ਮੈਂ ਤੇ ਮੇਰੇ ਮਾਸੀ ਦਾ ਮੁੰਡਾ ਅਮਿਤ ਪਾਰਕ ਤੋਂ ਘਰ ਜਾ ਰਹੇ ਸੀ ਕਿ ਰਸਤੇ 'ਚ ਮੈਨੂੰ ਪੂਜਾ ਦਿਖਾਈ ਦਿੱਤੀ। ਇਹਦੇ ਹੱਥ ਵਿੱਚ ਦੁੱਧ ਦਾ ਡੋਲ ਸੀ। ਉਹਦੇ ਨਾਲ ਇੱਕ ਹੋਰ ਕੁੜੀ ਸੀ। ਪਹਿਲਾਂ ਤਾਂ ਮੈਨੂੰ ਖੁਦ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਏ। ਮੈਂ ਦੁਬਾਰਾ ਉਹਨੂੰ ਦੇਖਿਆ, ਉਹ ਪੂਜਾ ਹੀ ਸੀ। ਉਸਨੇ ਉਹੀ ਸੂਟ ਪਾਇਆ ਸੀ ਜੋ ਪਿੰਡ 'ਚ ਪਾਉਂਦੀ ਸੀ। ਹੁਣ ਮੈਂ ਕਿਸਮਤ ਦਾ ਖੇਡ ਕਹਾਂ ਜਾਂ ਕੁਝ ਹੋਰ, ਪਤਾ ਨਹੀਂ, ਪਰ ਮੇਰੇ ਦਿਮਾਗ 'ਚ ਫੇਰ ਤੋਂ ਪਿੰਡ ਦੀਆਂ ਗੱਲਾਂ ਘੁੰਮਣ ਲੱਗੀਆਂ ਤੇ ਮੈਂ ਅਮਿਤ ਨੂੰ ਕਿਹਾ, ਇਹਨੂੰ ਮੈਂ ਜਾਣਦਾ ਹਾਂ, ਇਹ ਪਿੰਡ 'ਚ ਆਈ ਸੀ, ਤੂੰ ਇਹਨੂੰ ਪਹਿਲਾਂ ਦੇਖਿਆ ਕਦੇ? ਇਹ ਇੱਥੇ ਦੀ ਏ? ਕਹਿੰਦਾ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਹਾਂ। ਉਹ ਜਾ ਰਹੀ ਸੀ ਤੇ ਮੇਰੀ ਵੀ ਹਿੰਮਤ ਨਾ ਹੋਈ ਬੁਲਾਉਣ ਦੀ, ਕਿਉਂਕਿ ਨਾ ਤਾਂ ਉਹ ਮੇਰਾ ਪਿਆਰ ਸੀ ਤੇ ਨਾ ਹੀ ਇੰਨੀ ਕੋਈ ਖਾਸ ਗੱਲਬਾਤ ਸੀ ਸਾਡੀ। ਉਹ ਚਲੀ ਗਈ ਤੇ ਥੋੜੀ ਦੇਰ ਬਾਅਦ ਅਸੀਂ ਵੀ ਘਰ ਚਲੇ ਗਏ। ਰਾਤ ਹੋ ਗਈ, ਮੈਂ ਖਾਣਾ ਖਾ ਕੇ ਸੌਣ ਚਲਾ ਗਿਆ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਇਹੀ ਸੋਚ ਰਿਹਾ ਸੀ ਕਿ ਮੇਰੀ ਕਿਸਮਤ ਇੰਨੀ ਵੀ ਚੰਗੀ ਨਹੀਂ ਕਿ ਮੈਨੂੰ ਫੇਰ ਦੁਬਾਰਾ ਮਿਲਾ ਦਿਓ। ਕੀ ਪਤਾ ਉਹ ਕੋਈ ਹੋਰ ਹੀ ਹੋਣੀ, ਤੇ ਦਿਲ ਨੂੰ ਤਸੱਲੀ ਸੀ ਦਿੱਤੀ ਤੇ ਪਤਾ ਨਹੀਂ ਕਦੋਂ ਅੱਖ ਲੱਗ ਗਈ। ਸਵੇਰ ਹੋਈ ਤਾਂ ਮੈਂ ਸੋਚਿਆ ਜੇਕਰ ਇਹ ਇੱਥੇ ਦੀ ਹੋਣੀ ਤਾਂ ਅੱਜ ਫੇਰ ਆਊਗੀ ਦੁੱਧ ਲੈਣ। ਮੈਂ ਅੱਜ ਉਹਨੂੰ ਮਿਲਾਂਗਾ ਤੇ ਸ਼ਾਮ ਹੋਣ ਦਾ ਇੰਤਜ਼ਾਰ ਕਰਨ ਲੱਗਾ। ਸ਼ਾਮ ਹੋਈ ਤੇ ਮੈਂ ਇਕੱਲਾ ਹੀ ਅੱਧੇ ਘੰਟੇ ਪਹਿਲਾਂ ਉਸ ਪਾਰਕ ਵੱਲ ਨੂੰ ਚੱਲ ਪਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਉਹ ਆਊਗੀ। ਐਵੇਂ ਦੇਖਦੇ ਦੇਖਦੇ 1 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ, ਪਰ ਉਹ ਨਾ ਆਈ ਤੇ ਮੈਂ ਸੋਚ ਲਿਆ ਇਹ ਮੇਰਾ ਭੁਲੇਖਾ ਹੀ ਹੋਣਾ, ਉਹ ਸ਼ਾਇਦ ਕੋਈ ਹੋਰ ਹੀ ਹੋਣੀ। ਵੈਸੇ ਵੀ ਉਹਨੂੰ ਬੜੀ ਦੂਰ ਤੋਂ ਦੇਖਿਆ ਤੇ ਮੈਂ ਵਾਪਸ ਮਾਸੀ ਘਰ ਚਲਾ ਗਿਆ। ਐਵੇਂ ਸੋਚਾਂ 'ਚ ਰਾਤ ਨਿਕਲ ਗਈ ਤੇ ਅਗਲੇ ਦਿਨ ਸਵੇਰ ਨੂੰ ਅਸੀਂ ਜਲੰਧਰ ਜਾਣ ਲਈ ਸਟੇਸ਼ਨ ਨਿਕਲ ਗਏ ਤੇ ਸ਼ਾਮ ਨੂੰ ਆਪਣੇ ਘਰ ਆ ਗਏ। ਕੁਝ ਕੁ ਦਿਨ ਮੈਂ ਪਿੰਡ ਦੀ ਯਾਦਾਂ 'ਚ ਹੀ ਰਿਹਾ ਤੇ ਹੌਲੀ-ਹੌਲੀ ਸਮਾਂ ਲੰਘਦਾ ਗਿਆ। ਹੁਣ ਜੂਨ ਤੋਂ ਅਕਤੂਬਰ ਦਾ ਮਹੀਨਾ ਆ ਗਿਆ ਸੀ। ਮੇਰੀ ਭੂਆ ਦਾ ਵੱਡਾ ਮੁੰਡਾ, ਜਿਨ੍ਹਾਂ ਦੇ ਵਿਆਹ 'ਚ ਅਸੀਂ ਗਏ ਸੀ, ਨਵੀਂ ਭਾਬੀ ਤੇ ਮੇਰੇ ਤਾਏ ਦਾ ਮੁੰਡਾ ਤੇ ਛੋਟੀ ਭੂਆ ਦਾ ਸਾਰਾ ਪਰਿਵਾਰ ਸਾਡੇ ਘਰ ਆਏ ਤੇ ਕਹਿੰਦੇ, ਹੁਣ ਕਦੋਂ ਆਉਣਾ ਪਿੰਡ? ਮੈਂ ਕਿਹਾ, ਦੇਖੋ ਜਦੋਂ ਕਿਸੇ ਦਾ ਵਿਆਹ ਹੋਊਗਾ ਆਵਾਂਗੇ ਅਸੀਂ ਸਭ। ਉਹਨਾਂ ਸਾਰਿਆਂ ਨੇ ਵੈਸ਼ਨੋ ਦੇਵੀ ਜਾਣਾ ਸੀ, ਮੈਨੂੰ ਵੀ ਨਾਲ ਹੀ ਲੈ ਕੇ ਗਏ। ਅਸੀਂ ਸਾਰੇ ਵੈਸ਼ਨੋ ਦੇਵੀ ਲਈ ਨਿਕਲ ਗਏ। ਤਾਏ ਦੇ ਮੁੰਡੇ ਨਾਲ ਮੇਰੀ ਜ਼ਿਆਦਾ ਬਣਦੀ ਸੀ। ਰਸਤੇ 'ਚ ਉਹ ਕਹਿੰਦਾ, ਤੂੰ ਪੂਜਾ ਨੂੰ ਜਾਣਦਾ? ਮੈਂ ਕਿਹਾ, ਕਿਹੜੀ ਪੂਜਾ? ਕਹਿੰਦਾ, ਉਹੀ ਜੋ ਵਿਆਹ 'ਚ ਆਈ ਸੀ। ਮੈਂ ਕਿਹਾ, ਹਾਂ, ਕਿਉਂ, ਕੀ ਹੋਇਆ? ਕਹਿੰਦਾ, ਉਹ ਆਪਣੇ ਛੋਟੇ ਚਾਚੇ ਦਾ ਮੁੰਡਾ ਆ ਨਾ, ਉਹਦੇ ਨਾਲ ਉਹਦੀ ਗੱਲਬਾਤ ਆ। ਤੇ ਮੈਨੂੰ ਨੰਬਰ ਦਿਖਾ ਕੇ ਕਹਿੰਦਾ, ਆਹ ਦੇਖ, ਮੇਰੇ ਫੋਨ ਤੋਂ ਵੀ ਉਹ ਗੱਲ ਕਰਦਾ ਹੈ। ਮੈਂ ਕਿਹਾ, ਉਹ ਕਿਵੇਂ ਹੋ ਗਈ ਉਹਦੇ ਨਾਲ? ਉਹ ਤਾਂ ਸ਼ਰੀਫ ਜਿਹੀ ਸੀ। ਕਹਿੰਦਾ, ਸ਼ਕਲ ਤੇ ਨਹੀਂ ਜਾਈਦਾ, ਦਿੱਲੀ ਦੀ ਕੁੜੀਆਂ ਇਦਾਂ ਹੀ ਹੁੰਦੀਆਂ ਨੇ। ਮੈਂ ਕਿਹਾ, ਛੱਡੋ ਯਾਰ, ਅਸੀਂ ਕੀ ਕਰਨਾ, ਚਲੋ ਵਧੀਆ ਹੀ ਆ, ਕੋਈ ਤਾਂ ਸੈੱਟ ਹੋਈ ਉਹਦੇ ਨਾਲ। ਉਦੋਂ ਤੋਂ ਮੇਰੇ ਦਿਮਾਗ 'ਚ ਫਿਰ ਇੱਕ ਗੱਲ ਚੱਲਣ ਲੱਗੀ ਕਿ ਮੇਰੇ ਨਾਲ ਇੰਨੀ ਸਹੀ ਤਰੀਕੇ ਨਾਲ ਗੱਲ ਕਰਦੀ ਸੀ, ਉਹਦੇ ਵੱਲ ਤਾਂ ਦੇਖਦੀ ਤੱਕ ਨਹੀਂ ਸੀ, ਫਿਰ ਕਿਵੇਂ ਇਹ ਉਹਦੇ ਨਾਲ ਸੈੱਟ ਹੋ ਗਈ? ਉਹਦੇ ਕੋਲ ਤਾਂ ਉਸ ਟਾਈਮ ਫੋਨ ਵੀ ਨਹੀਂ ਸੀ ਤੇ ਮੈਨੂੰ ਉਹਨੇ ਨੰਬਰ ਨਹੀਂ ਦਿੱਤਾ, ਉਹਨੂੰ ਦੇ ਦਿੱਤਾ ਤੇ ਮੈਂ ਕਿਸਮਤ ਦਾ ਮੇਲ ਮੰਨ ਰਿਹਾ ਸੀ ਉਹਨੂੰ। ਅਸੀਂ ਸਭ ਨੇ ਵੈਸ਼ਨੋ ਦੇਵੀ 'ਚ ਮੱਥਾ ਟੇਕਿਆ ਤੇ ਘੁੰਮ ਘੰਮ ਕੇ ਵਾਪਸ ਆ ਗਏ। ਸ਼ਾਮ 7 ਵਜੇ ਦੇ ਟਾਈਮ ਅਸੀਂ ਆਪਣੇ ਘਰ ਆ ਗਏ। ਰਾਤ ਨੂੰ ਮੈਂ ਤੇ ਮੇਰੇ ਤਾਏ ਦਾ ਮੁੰਡਾ ਛੱਤ ਤੇ ਸੌਣ ਚਲੇ ਗਏ ਤੇ ਉਹ ਕਹਿੰਦਾ, ਤੈਨੂੰ ਪਲੇ ਸਟੋਰ ਦੀ ਆਈਡੀ ਬਣਾਉਣੀ ਆਉਂਦੀ ਏ? ਮੈਂ ਕਿਹਾ, ਹਾਂ, ਇੰਨੀ ਆਸਾਨ ਤਾਂ ਹੈ। ਤੇ ਕਹਿੰਦਾ, ਬਣਾ ਦੇ ਯਾਰ ਮੇਰੇ ਫ਼ੋਨ 'ਚ। ਤੇ ਉਹਨੇ ਲੋਕ ਖੋਲ੍ਹ ਕੇ ਮੈਨੂੰ ਫ਼ੋਨ ਦਿੱਤਾ। ਮੈਂ ਗੂਗਲ ਪਲੇ ਸਟੋਰ ਦੀ ਆਈਡੀ ਬਣਾਉਣ ਲੱਗਾ। ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਇਆ, ਮੈਂ ਉਹੀ ਨੰਬਰ ਕੱਢ ਲਿਆ ਜਿਹੜੇ ਨੰਬਰ ਨਾਲ ਪੂਜਾ ਚਾਚੇ ਦੇ ਮੁੰਡੇ ਨਾਲ ਗੱਲ ਕਰਦੀ ਸੀ।
ਤੇ ਉਹ ਨੰਬਰ ਦੀ ਕਾਲ ਡਿਟੇਲ ਵੀ ਚੈੱਕ ਕੀਤੀ। ਉਹ ਨੰਬਰ ਦਿੱਲੀ ਦਾ ਹੀ ਸੀ, ਪਰ ਉਹਨੇ ਕਦੇ ਉਸ ਨੰਬਰ 'ਤੇ ਫ਼ੋਨ ਨਹੀਂ ਚੁੱਕਿਆ ਸੀ ਤੇ ਜਿਹੜੇ ਵੀ ਚੁੱਕੇ ਸੀ ਉਹਦੀ ਕਾਲ ਸਿਰਫ ਸੈਕਿੰਡਾਂ 'ਚ ਸੀ, ਨਾ ਹੀ ਉਹ ਨੰਬਰ WhatsApp 'ਤੇ ਸੀ। ਮੈਨੂੰ ਲੱਗਾ ਉਸ ਟਾਈਮ ਉਹਦੇ ਕੋਲ ਛੋਟਾ ਫ਼ੋਨ ਹੋਣਾ ਜੋ ਉਸਨੇ ਦੱਸਿਆ ਨਹੀਂ ਸੀ। ਮੈਂ ਉਹ ਨੰਬਰ ਨੂੰ ਆਪਣੇ ਫ਼ੋਨ ਦਿੱਲੀ ਵਾਲੀ ਨਾਮ ਤੋਂ ਸੇਵ ਕਰ ਲਿਆ, ਪਰ ਕਦੇ ਵੀ ਉਸ ਨੰਬਰ 'ਤੇ ਕਾਲ ਨਹੀਂ ਕੀਤੀ ਤੇ ਨਾ ਹੀ ਮੈਨੂੰ ਯਾਦ ਸੀ ਕਿਸ ਨਾਮ ਤੋਂ ਸੇਵ ਕੀਤਾ ਸੀ। ਕੁਝ ਟਾਈਮ ਬਾਅਦ ਫ਼ੋਨ 'ਚ ID ਬਣਾ ਕੇ ਫ਼ੋਨ ਦੇ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਮੈਂ ਸੌ ਗਿਆ। ਅਗਲੇ ਦਿਨ ਸਵੇਰ ਨੂੰ ਸਾਰੇ ਪਿੰਡ ਜਾਣ ਲਈ ਨਿਕਲ ਗਏ। ਮੈਂ ਸਟੇਸ਼ਨ ਤੱਕ ਛੱਡਣ ਗਿਆ ਤੇ ਗੱਡੀ ਚੜ੍ਹਾ ਕੇ ਵਾਪਸ ਘਰ ਆ ਗਿਆ। ਹੌਲੀ ਹੌਲੀ ਸਮਾਂ ਲੰਘਦਾ ਗਿਆ, ਦਿਨ ਤੋਂ ਮਹੀਨੇ ਲੰਘੇ ਤੇ ਇਹ ਸਾਲ ਵੀ ਨਿਕਲ ਗਿਆ। 2018 ਆ ਗਿਆ। ਹੁਣ ਤਾਂ ਮੈਨੂੰ ਪੂਜਾ ਦੀ ਸ਼ਕਲ ਤੱਕ ਯਾਦ ਨਹੀਂ ਸੀ ਤੇ ਨਾ ਹੀ ਕੋਈ ਯਾਦ ਸੀ, ਤੇ ਹੋਵੇ ਵੀ ਕਿਉਂ, ਉਹ ਕਿਹੜਾ ਮੇਰਾ ਪਿਆਰ ਸੀ। ਉਹ ਪਿੰਡ ਗਏ ਨੂੰ ਸਾਲ ਹੋਣ ਵਾਲਾ ਸੀ। ਸਮਾਂ ਲੰਘ ਰਿਹਾ ਸੀ ਕਿ ਅਪ੍ਰੈਲ 'ਚ ਮੇਰੀ ਵੱਡੀ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ। ਅਸੀਂ ਵਿਆਹ ਪਿੰਡ ਤੋਂ ਕਰਨਾ ਸੀ ਕਿਉਂਕਿ ਅਸੀਂ ਇੱਥੇ ਕਿਰਾਏ ਦੇ ਘਰ 'ਚ ਰਹਿੰਦੇ ਸੀ। ਉੱਥੇ ਆਪਣਾ ਘਰ ਹੋਣ ਕਰਕੇ ਵਿਆਹ ਚੰਗੀ ਤਰੀਕੇ ਨਾਲ ਹੋ ਜਾਣਾ ਸੀ। ਵਿਆਹ ਮਈ ਦੇ ਮਹੀਨੇ ਵਿੱਚ ਰੱਖਿਆ ਗਿਆ। ਅਸੀਂ ਸਭ 20-25 ਦਿਨ ਪਹਿਲਾਂ ਪਿੰਡ ਨਿਕਲ ਗਏ ਕਿਉਂਕਿ ਬਾਜ਼ਾਰ ਤੇ ਹੋਰ ਘਰ ਵੀ ਥੋੜਾ ਸਹੀ ਕਰਾਉਣ ਵਾਲਾ ਸੀ। ਪਿੰਡ ਜਾ ਕੇ ਸ਼ੁਰੂ ਦੇ ਕੁਝ ਦਿਨ ਤਾਂ ਬੋਰ ਹੋਇਆ ਮੈਂ, ਪਰ ਸਭ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡਣੇ ਸੀ ਤੇ ਕੰਮਕਾਰ ਕਰਕੇ ਸਮਾਂ ਜਲਦੀ ਲੰਘੀ ਜਾ ਰਿਹਾ ਸੀ। ਮੈਂ ਤੇ ਮੇਰੇ ਡੈਡੀ ਨੇ 2 ਦਿਨ 'ਚ ਬੜੇ ਰਿਸ਼ਤੇਦਾਰਾਂ ਨੂੰ ਕਾਰਡ ਵੰਡ ਦਿੱਤੇ। ਭੂਆ ਦੇ ਪਿੰਡ ਜਾਣਾ ਸੀ। ਡੈਡੀ ਕਹਿੰਦੇ ਤੂੰ ਭੂਆ ਦੇ ਪਿੰਡ ਕਾਰਡ ਦੇ ਆ। ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਮੈਂ ਬਾਜ਼ਾਰ ਤੋਂ ਸਮਾਨ ਖਰੀਦਾਰੀ ਕਰਨ ਜਾਣਾ ਅੱਜ। ਫਿਰ ਅਗਲੇ ਦਿਨ ਸਵੇਰੇ ਹੀ ਮੈਂ ਤੇ ਮੇਰੇ ਚਾਚੇ ਦਾ ਉਹੀ ਮੁੰਡਾ ਮੇਰੇ ਨਾਲ ਗਿਆ ਜੋ ਪੂਜਾ ਨਾਲ ਗੱਲ ਕਰਦਾ ਸੀ। 2 ਘੰਟੇ ਤੋਂ ਪਹਿਲਾਂ ਹੀ ਅਸੀਂ ਭੂਆ ਦੇ ਘਰ ਪਹੁੰਚ ਗਏ। ਸਾਰਿਆਂ ਨੇ ਸਾਡਾ ਬੜਾ ਸਤਿਕਾਰ ਕੀਤਾ। ਉੱਥੇ ਭੂਆ ਦਾ ਵੱਡਾ ਮੁੰਡਾ, ਭਾਬੀ ਤੇ ਭੂਆ, ਉਹਨਾਂ ਦੀ ਕੁੜੀ ਸੁਮਨ ਸੀ। ਮੈਂ ਪੁੱਛਿਆ ਫੁੱਫੜ ਜੀ ਕਿੱਥੇ ਨੇ? ਭੂਆ ਕਹਿੰਦੇ ਉਹ ਖੇਤਾਂ ਵੱਲ ਨੂੰ ਪਾਣੀ ਲਾਉਣ ਗਏ ਨੇ, ਬਸ ਥੋੜੀ ਦੇਰ ਤੱਕ ਆ ਜਾਣਾ ਉਹਨਾਂ ਨੇ। ਮੈਂ ਕਿਹਾ ਮੈਂ ਹੀ ਉੱਥੇ ਚਲਾ ਜਾਂਦਾ ਉਹਨਾਂ ਨੂੰ ਮਿਲਣ, ਤੇ ਮੈਂ ਤੇ ਮੇਰੇ ਚਾਚੇ ਦਾ ਮੁੰਡਾ ਨਾਲ ਚੱਲ ਪਿਆ ਮੇਰੇ। ਅਸੀਂ ਉੱਥੇ ਪਹੁੰਚੇ ਤਾਂ ਫੁੱਫੜ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ। ਸਾਨੂੰ ਦੇਖ ਕੇ ਬੜਾ ਖੁਸ਼ ਹੋਏ ਤੇ ਬੈਠਣ ਨੂੰ ਕਿਹਾ। ਅਸੀਂ ਉਸੇ ਥਾਂ ਬੈਠੇ ਸੀ ਜਿਸ ਥਾਂ ਤੇ ਪੂਜਾ ਨੇ ਮੈਨੂੰ ਪਹਿਲੀ ਵਾਰ ਹੱਥ ਫੜਾਇਆ ਸੀ ਉਠਾਉਣ ਲਈ। ਮੇਰੇ ਦਿਮਾਗ 'ਚ ਫਿਰ ਉਹੀ ਸਭ ਯਾਦਾਂ ਆਉਣ ਲੱਗੀਆਂ ਤੇ ਮੈਂ ਸੋਚਾਂ ਵਿੱਚ ਗੁੰਮ ਹੋ ਗਿਆ ਤੇ ਉਹਦੇ ਨਾਂ 'ਤੇ ਸ਼ਾਇਰੀ ਤੇ ਗੀਤ ਬਣਾਉਣ ਲੱਗਾ। ਮੈਂ ਕੋਈ ਸ਼ਾਇਰ ਤਾਂ ਨਹੀਂ ਸੀ, ਪਰ ਇਹ ਮੇਰੇ ਦਿਮਾਗ ਦੀ ਇੱਕ ਰਚਨਾ ਸੀ। ਉਸ ਟਾਈਮ ਮੈਂ ਆਪਣਾ ਫ਼ੋਨ ਕੱਢਿਆ ਤੇ ਕੁਝ ਬੋਲ ਲਿਖੇ। ਦੇਖ ਮੈਂ ਆਇਆ ਹਾਂ ਉਸੇ ਥਾਂ, ਪਰ ਤੂੰ ਨਹੀਂ ਆਈ। ਮੈਨੂੰ ਤੇਰੇ ਹਾਲ ਚਾਲ ਦੀ ਕੋਈ ਵੀ ਸੂਹ ਨਹੀਂ ਆਈ। ਮੈਂ ਸੁਣਿਆ ਤੂੰ ਹੋਰ ਉੱਤੇ ਡੁੱਲ ਗਈ ਤੇ ਮੇਰਾ ਨਾਂ ਵੀ ਸ਼ਾਇਦ ਭੁੱਲ ਗਈ। ਉਹ 2017 ਸਭ ਚੇਤੇ ਆਇਆ ਮੈਨੂੰ, ਪਰ ਤੇਰੇ ਅੱਖਾਂ ਦੀ ਚੇਤੇ ਗੁਫ਼ਤਗੂ ਨਹੀਂ ਆਈ। ਤੂੰ ਮੇਰੇ ਸੁਪਨੇ 'ਚ ਤਾਂ ਰੋਜ਼ ਆਉਂਦੀ ਏ, ਪਰ ਇਸ ਵਾਰ ਕਿਉਂ ਮੈਨੂੰ ਮਿਲਣ ਲਈ ਰੂਬਰੂ ਨਹੀਂ ਆਈ। ਦੇਖ ਮੈਂ ਆਇਆ ਹਾਂ ਉਸੇ ਥਾਂ, ਪਰ ਤੂੰ ਨਹੀਂ ਆਈ। ਇੰਨਾ ਕੁ ਲਿਖਦੇ ਫ਼ੋਨ ਚਲਾਉਂਦੇ ਕੁਝ ਟਾਈਮ ਹੀ ਹੋਇਆ ਸੀ ਕਿ ਸਾਡੇ ਕੋਲ ਫੁੱਫੜ ਜੀ ਵੀ ਆ ਗਏ ਤੇ ਅਸੀਂ ਘਰ ਵੱਲ ਨਿਕਲ ਗਏ। ਘਰ ਜਾ ਕੇ ਅਸੀਂ ਸਭ ਨੇ ਖਾਣਾ ਖਾਇਆ ਤੇ ਫਿਰ ਮੈਂ ਦੱਸਿਆ ਕਿ ਦੀਦੀ ਦਾ ਵਿਆਹ ਏ, ਸਾਰਿਆਂ ਨੇ ਆਉਣਾ, ਤੇ ਉਹਨਾਂ ਨੂੰ ਵਿਆਹ ਦਾ ਕਾਰਡ ਦਿੱਤਾ। ਫਿਰ ਮੈਂ ਹੋਰ ਕਾਰਡ ਕੱਢੇ ਤੇ ਹੋਰ ਰਿਸ਼ਤੇਦਾਰਾਂ ਨੂੰ ਦੇਣ ਲਈ ਕਿਹਾ। ਉਸੇ ਪਿੰਡ 'ਚ ਫੁੱਫੜ ਜੀ ਨੇ ਕਿਹਾ ਚਲੋ ਨਾਲ ਚੱਲ ਕੇ ਪਹਿਲਾਂ ਕਾਰਡ ਦੇ ਆਈਏ। ਫਿਰ ਅਸੀਂ ਨਾਲ ਦੇ ਘਰ ਚਲੇ ਗਏ। ਉਹ ਉਰਮਿਲਾ ਦਾ ਘਰ ਸੀ। ਉਹਨੇ ਵੀ ਮੈਨੂੰ ਪਹਿਚਾਣ ਲਿਆ ਤੇ ਚਾਹ ਬਣਾ ਕੇ ਲਿਆਈ। ਕੁਝ ਟਾਈਮ ਰੁਕ ਕੇ ਕਾਰਡ ਦੇ ਕੇ ਅਸੀਂ ਹੋਰ ਰਿਸ਼ਤੇਦਾਰਾਂ ਨੂੰ ਕਾਰਡ ਦਿੱਤੇ ਤੇ ਘਰ ਆ ਗਏ। ਮੈਂ ਤੇ ਮੇਰੇ ਚਾਚੇ ਦਾ ਮੁੰਡਾ ਉਸੇ ਕਮਰੇ ਵਿੱਚ ਸੀ ਜਿਸ 'ਚ ਅਸੀਂ ਸਾਰੇ ਬੈਠਦੇ ਸੀ। ਮੈਂ ਦੇਖਿਆ ਉਸ ਦੀਵਾਰ ਤੇ ਉਹ ਨੰਬਰ ਲਿਖਿਆ ਹੋਇਆ ਸੀ ਜੋ ਪੂਜਾ ਨੇ ਸੁਮਨ ਨੂੰ ਦਿੱਤਾ ਸੀ। ਉਹ ਪੈਨਸਲ ਨਾਲ ਮਿਟਾਇਆ ਹੋਇਆ ਸੀ ਕਿਸੇ ਨੇ। ਸ਼ਾਮ ਹੋਣ ਤੋਂ ਪਹਿਲਾਂ ਮੈਂ ਕਿਹਾ ਅਸੀਂ ਹੋਰ ਜਗ੍ਹਾ ਵੀ ਕਾਰਡ ਵੰਡਣੇ ਆ, ਅਸੀਂ ਨਿਕਲਦੇ ਹਾਂ। ਉਹਨਾਂ ਨੇ ਕੁਝ ਘਰ ਲਿਜਾਣ ਨੂੰ ਸਮਾਨ ਦਿੱਤਾ ਤੇ ਅਸੀਂ ਸਭ ਨੂੰ ਮਿਲ ਕੇ ਪਿੰਡ ਵੱਲ ਨੂੰ ਨਿਕਲ ਗਏ ਤੇ ਸ਼ਾਮ ਨੂੰ ਪਿੰਡ ਪਹੁੰਚ ਗਏ। ਵਿਆਹ ਦੇ 5 ਦਿਨ ਬਾਕੀ ਸੀ। ਹੁਣ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਦਿਨ ਕਦੋਂ ਨਿਕਲ ਜਾਂਦਾ ਪਤਾ ਨਹੀਂ ਲੱਗਦਾ। ਵਿਆਹ ਤੋਂ 2 ਦਿਨ ਪਹਿਲਾਂ ਸਾਰੇ ਰਿਸ਼ਤੇਦਾਰ ਆ ਚੁੱਕੇ ਸੀ। ਸਾਡੇ ਭੂਆ ਹੁਣਾਂ ਦਾ ਪੂਰਾ ਪਰਿਵਾਰ ਆਇਆ ਸੀ। ਮੈਨੂੰ ਉਰਮਿਲਾ ਹੁਣੇ ਨਹੀਂ ਦਿਸੇ ਤਾਂ ਮੈਂ ਸੁਮਨ ਤੋਂ ਪੁੱਛਿਆ, ਉਰਮਿਲਾ ਹੁਣੇ ਨਹੀਂ ਆਈ? ਕਹਿੰਦੀ ਉਹਨਾਂ ਦੀ ਰਿਸ਼ਤੇਦਾਰੀ 'ਚ ਵੀ ਕਿਸੇ ਦਾ ਵਿਆਹ, ਤਾਂ ਉਹ ਨਹੀਂ ਆ ਸਕੇ। ਮੈਂ ਕਿਹਾ ਚੱਲ ਕੋਈ ਨਾ, ਤੇ ਵਿਆਹ 'ਚ ਉਲਝ ਗਿਆ। ਵਿਆਹ ਦਾ ਦਿਨ ਵੀ ਆ ਗਿਆ। ਬੜੀ ਧੂਮ-ਧਾਮ ਨਾਲ ਵਿਆਹ ਲੰਘ ਗਿਆ।
ਸਾਰੇ ਆਪਣੇ ਘਰ ਨੂੰ ਵਾਪਸ ਜਾਣ ਲੱਗੇ। 3-4 ਦਿਨ ਤਾਂ ਘਰ 'ਚ ਰੌਣਕ ਲੱਗੀ ਰਹੀ। ਫਿਰ ਮੈਂ ਬੋਰ ਹੋਣ ਲੱਗਾ। ਇਹ ਉਹੀ ਟਾਈਮ ਸੀ ਜਦੋਂ ਸਾਡੇ ਪਿਆਰ ਦੀ ਸ਼ੁਰੂਆਤ ਹੋਈ। ਕਿਵੇਂ ਹੋਈ, ਦੇਖਦੇ ਹਾਂ ਅਗਲੇ ਤੀਸਰੇ ਭਾਗ ਵਿੱਚ। ਗਾਇਸ, ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਪੋਸਟ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਸਟੋਰੀ 'ਚ। ਧੰਨਵਾਦ।